ਮੇਰੇ ਦਿਓਰ ਦੇ ਕੋਲ ਅਚਾਨਕ ਨਾ ਜਾਣੇ ਕਿੱਥੋਂ ਇੰਨਾ ਪੈਸਾ ਆ ਗਿਆ। ਸਾਡਾ ਸਬੰਧ ਗਰੀਬ ਘਰਾਣੇ ਨਾਲ ਸੀ, ਪਰ ਅਚਾਨਕ ਤੋਂ ਇੰਨਾ ਜ਼ਿਆਦਾ ਪੈਸਾ ਆਉਣਾ ਮੇਰੀ ਸਮਝ ਤੋਂ ਬਾਹਰ ਸੀ। ਮੈਂ ਵਿਧਵਾ ਸੀ। ਕੁਝ ਸਾਲ ਪਹਿਲਾਂ ਮੇਰੇ ਪਤੀ ਦਾ ਦੇਹਾਂਤ ਹੋ ਗਿਆ ਸੀ। ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ। ਮੇਰਾ ਇੱਕ 8 ਸਾਲ ਦਾ ਬੇਟਾ ਸੀ। ਮੇਰਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਹੁਣ ਮੇਰੀ 27 ਸਾਲ ਦੀ ਉਮਰ ਹੈ। ਪਤੀ ਦੀ ਮੌਤ ਤੋਂ ਬਾਅਦ ਮੇਰਾ ਦਿਓਰ ਹੀ ਮੇਰਾ ਸਹਾਰਾ ਸੀ। ਮੇਰੇ ਪੇਕਿਆਂ ਵਿੱਚ ਸਿਰਫ ਮੇਰੀ ਮਾਂ ਸੀ, ਜੋ ਮੇਰੇ ਵਿਆਹ ਦੇ ਸਾਲ ਕੁ ਬਾਅਦ ਹੀ ਚੱਲ ਵਸੀ। ਹੁਣ ਹੋਰ ਕਿਸੇ ਤੋਂ ਕੋਈ ਉਮੀਦ ਨਹੀਂ ਸੀ। ਮੈਂ ਆਪਣੇ ਦਿਓਰ ਨਾਲ ਰਹਿਣ ਦਾ ਫੈਸਲਾ ਕਰ ਲਿਆ। ਰਿਸ਼ਤੇਦਾਰ ਕਹਿਣ ਲੱਗੇ ਕਿ ਤੈਨੂੰ ਇਸ ਤਰ੍ਹਾਂ ਆਪਣੇ ਦਿਓਰ ਨਾਲ ਨਹੀਂ ਰਹਿਣਾ ਚਾਹੀਦਾ। ਮੈਂ ਕਿਹਾ, ਫਿਰ ਤੁਸੀਂ ਮੈਨੂੰ ਆਪਣੇ ਘਰ ਰੱਖ ਲਵੋ। ਤਾਂ ਸਭ ਖਾਮੋਸ਼ ਹੋ ਗਏ। ਅੱਜ ਦੇ ਜ਼ਮਾਨੇ ਵਿੱਚ ਕੋਈ ਕਿਸੇ ਦਾ ਬੋਝ ਨਹੀਂ ਉਠਾਉਂਦਾ, ਪਰ ਮੇਰੇ ਦਿਓਰ ਨੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਮੇਰਾ ਤੇ ਮੇਰੇ ਬੇਟੇ ਦਾ ਸਹਾਰਾ ਬਣੇਗਾ। ਸਾਨੂੰ ਸਭ ਨੇ ਬਹੁਤ ਪਰੇਸ਼ਾਨ ਕੀਤਾ ਕਿ ਸਾਡਾ ਇਸ ਤਰ੍ਹਾਂ ਇੱਕ ਛੱਤ ਥੱਲੇ ਰਹਿਣਾ ਗਲਤ ਹੈ। ਨਾ ਕੋਈ ਮੈਨੂੰ ਆਪਣੇ ਨਾਲ ਰੱਖਣ ਨੂੰ ਤਿਆਰ ਸੀ ਤੇ ਨਾ ਮੈਨੂੰ ਦਿਓਰ ਨਾਲ ਰਹਿਣ ਦੇ ਰਹੇ ਸਨ। ਬਸ ਸਾਰੇ ਗੱਲਾਂ ਬਣਾਉਣੀਆਂ ਜਾਣਦੇ ਸਨ। ਕਿਸੇ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਮੈਂ ਇੱਕ ਜਗ੍ਹਾ ਇਕੱਲੇ ਰਹਿਣ ਦਾ ਮਨ ਬਣਾ ਲਿਆ, ਪਰ ਮੇਰਾ ਦਿਓਰ ਕਹਿਣ ਲੱਗਾ ਕਿ ਉਹ ਜਗ੍ਹਾ ਔਰਤਾਂ ਲਈ ਸੁਰੱਖਿਅਤ ਨਹੀਂ ਹੈ। ਮੇਰਾ ਦਿਓਰ ਕਹਿਣ ਲੱਗਾ ਕਿ ਸਾਡੇ ਘਰ ਦੀ ਇੱਜ਼ਤ ਅਜਿਹੀ ਜਗ੍ਹਾ ਤੇ ਕਿਵੇਂ ਰਹਿ ਸਕਦੀ ਹੈ। ਮੇਰੇ ਭਰਾ ਦੀ ਇੱਕ ਹੀ ਨਿਸ਼ਾਨੀ ਹੈ, ਮੈਂ ਉਸ ਦੀ ਦੇਖਭਾਲ ਕਰਨ ਲਈ ਕਾਫੀ ਹਾਂ। ਉਸ ਦੀ ਗੱਲ ਸੁਣ ਕੇ ਮਨ ਨੂੰ ਤਸੱਲੀ ਤਾਂ ਮਿਲ ਗਈ ਸੀ, ਪਰ ਜ਼ਮਾਨੇ ਦਾ ਕੀ। ਪਰ ਮੇਰੇ ਦਿਓਰ ਨੇ ਘਰ ਛੱਡ ਕੇ ਕਿਤੇ ਹੋਰ ਰਹਿਣ ਦੀ ਸਲਾਹ ਕੀਤੀ। ਮੈਨੂੰ ਵੀ ਉਸ ਦੀ ਗੱਲ ਠੀਕ ਲੱਗੀ, ਇਸ ਲਈ ਅਸੀਂ ਦੂਜੇ ਸ਼ਹਿਰ ਆ ਗਏ। ਇੱਥੇ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ। ਇੱਥੇ ਅਸੀਂ ਕਿਸੇ ਨਾਲ ਕੋਈ ਰਿਸ਼ਤਾ ਨਾ ਬਣਾਇਆ, ਨਹੀਂ ਤਾਂ ਫਿਰ ਸਾਡੇ ਰਿਸ਼ਤੇ ਦੇ ਸਵਾਲ ਉੱਠਣ ਲੱਗਦੇ। ਜੇ ਕੋਈ ਮੇਰੇ ਦਿਓਰ ਬਾਰੇ ਪੁੱਛਦਾ ਵੀ ਤਾਂ ਮੈਂ ਕਹਿ ਦਿੰਦੀ ਕਿ ਮੇਰਾ ਛੋਟਾ ਭਰਾ ਹੈ। ਮੇਰੇ ਕੋਲ ਜੋ ਗਹਿਣੇ ਸੀ ਉਹ ਵੇਚ ਕੇ ਮੇਰੇ ਦਿਓਰ ਨੇ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕੰਮ ਵਧੀਆ ਚੱਲ ਰਿਹਾ ਸੀ। ਘਰ ਵਿੱਚ ਚੰਗਾ ਪੈਸਾ ਆਉਣ ਲੱਗਾ। ਮੈਂ ਕਈ ਵਾਰ ਦਿਓਰ ਨੂੰ ਉਸ ਦੇ ਕੰਮ ਬਾਰੇ ਪੁੱਛਿਆ ਵੀ, ਪਰ ਉਹ ਮੇਰੀ ਗੱਲ ਟਾਲ ਦਿੰਦਾ ਸੀ। ਫਿਰ ਮੈਂ ਵੀ ਜ਼ਿਆਦਾ ਪੁੱਛ ਪੜਤਾਲ ਨਾ ਕਰਦੀ। ਵੈਸੇ ਵੀ ਉਹ ਇੱਕ ਚੰਗਾ ਇਨਸਾਨ ਸੀ। ਉਸ ਤੋਂ ਕਿਸੇ ਗਲਤ ਕੰਮ ਦੀ ਉਮੀਦ ਨਹੀਂ ਸੀ। ਪੈਸੇ ਆਉਣ ਤੋਂ ਬਾਅਦ ਮੇਰੇ ਦਿਓਰ ਨੇ ਇੱਕ ਹੋਰ ਕੰਮ ਸ਼ੁਰੂ ਕਰ ਦਿੱਤਾ। ਉਹ ਹਰ ਮਹੀਨੇ 50 ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦਾ ਸੀ ਤੇ ਵਿਆਹ ਤੋਂ ਬਾਅਦ ਉਹਨਾਂ ਨੂੰ ਆਪਣੇ ਖਰਚੇ ਤੇ ਘੁੰਮਣ ਲਈ ਵੀ ਭੇਜਦਾ ਸੀ। ਮੈਂ ਉਸ ਦੇ ਇਸ ਨੇਕ ਕੰਮ ਤੋਂ ਬਹੁਤ ਖੁਸ਼ ਸੀ। ਇੱਕ ਦਿਨ ਮੈਂ ਬੈਠੇ ਬੈਠੇ ਆਪਣੇ ਦਿਓਰ ਨੂੰ ਉਸ ਦੇ ਕੰਮ ਬਾਰੇ ਪੁੱਛਣ ਲੱਗੀ ਤਾਂ ਪਹਿਲਾਂ ਤਾਂ ਉਸਨੇ ਮੇਰੀ ਗੱਲ ਟਾਲ ਦਿੱਤੀ, ਪਰ ਮੇਰੀ ਦੁਬਾਰਾ ਪੁੱਛਣ ਤੇ ਉਹ ਭੜਕ ਗਿਆ। ਅਚਾਨਕ ਇਸ ਤਰ੍ਹਾਂ ਦੇ ਵਿਵਹਾਰ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ, ਕਿਉਂਕਿ ਅੱਜ ਤੋਂ ਪਹਿਲਾਂ ਤਾਂ ਕਦੇ ਉਸਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕੀਤੀ ਸੀ। ਉਹ ਅਜਿਹਾ ਵਿਵਹਾਰ ਕਰਕੇ ਘਰੋਂ ਚਲਿਆ ਗਿਆ। ਮੈਂ ਸੋਚ ਕੇ ਪਰੇਸ਼ਾਨ ਹੋ ਗਈ ਸੀ ਕਿ ਉਸ ਨੂੰ ਕੀ ਹੋਇਆ ਹੈ। ਮੈਂ ਆਪਣੇ ਬੇਟੇ ਨੂੰ ਖਾਣਾ ਖਿਲਾ ਕੇ ਸੁਲਾ ਦਿੱਤਾ, ਪਰ ਮੇਰੀ ਨੀਂਦ ਉੱਡ ਚੁੱਕੀ ਸੀ, ਕਿਉਂਕਿ ਮੇਰੇ ਦਿਓਰ ਦਾ ਰਵੱਈਆ ਦਿਨ ਪ੍ਰਤੀ ਦਿਨ ਅਜੀਬ ਹੁੰਦਾ ਜਾ ਰਿਹਾ ਸੀ। ਉਹ ਰਾਤ ਭਰ ਘਰ ਨਾ ਆਇਆ। ਹੁਣ ਮੈਨੂੰ ਉਸ 'ਤੇ ਸ਼ੱਕ ਹੋਣ ਲੱਗਿਆ ਸੀ ਕਿ ਕਿਤੇ ਉਹ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ, ਕਿਉਂਕਿ ਅਚਾਨਕ ਇੰਨਾ ਪੈਸਾ ਆਉਣਾ, ਕੁੜੀਆਂ ਦੇ ਵਿਆਹ ਕਰਵਾਉਣਾ, ਉਸ ਦੇ ਵਿਵਹਾਰ ਦਾ ਬਦਲਣਾ, ਨਾ ਜਾਣੇ ਮੇਰੇ ਮਨ ਵਿੱਚ ਕਿੰਨੇ ਸਵਾਲ ਉੱਠਣ ਲੱਗੇ। ਸਵੇਰ ਹੋ ਗਈ ਪਰ ਮੇਰਾ ਦਿਓਰ ਘਰ ਵਾਪਸ ਨਾ ਆਇਆ ਤਾਂ ਮੈਂ ਪਰੇਸ਼ਾਨ ਹੋ ਗਈ ਸੀ। ਮੇਰਾ ਬੇਟਾ ਸਕੂਲ ਚਲਿਆ ਗਿਆ ਸੀ। ਮੈਂ ਘਰ ਵਿੱਚ ਇਕੱਲੀ ਸੀ। ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਮੈਂ ਦੇਖਿਆ ਕਿ ਇਹ ਤਾਂ ਮੇਰਾ ਦਿਓਰ ਸੀ, ਪਰ ਉਹ ਅੱਜ ਤੱਕ ਮੇਰੇ ਕਮਰੇ ਵਿੱਚ ਨਹੀਂ ਆਇਆ ਸੀ। ਫਿਰ ਅੱਜ ਉਹ ਵੀ ਅਜਿਹੀ ਹਾਲਤ ਵਿੱਚ। ਮੈਂ ਉਸ ਨੂੰ ਦੇਖ ਕੇ ਹੈਰਾਨ ਹੋ ਗਈ। ਉਸ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਅੱਜ ਤੋਂ ਪਹਿਲਾਂ ਤਾਂ ਕਦੇ ਉਸਨੇ ਕਿਸੇ ਨਸ਼ੇ ਨੂੰ ਹੱਥ ਤਾਂ ਨਹੀਂ ਲਾਇਆ ਸੀ। ਉਹ ਮੇਰੇ ਵੱਲ ਵੱਧ ਰਿਹਾ ਸੀ। ਮੈਂ ਹੈਰਾਨ ਪਰੇਸ਼ਾਨ ਹੋ ਗਈ। ਉਹ ਮੇਰੇ ਪੈਰਾਂ 'ਤੇ ਡਿੱਗ ਕੇ ਰੋਣ ਲੱਗਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਸ ਤੋਂ ਪਹਿਲਾਂ ਮੈਂ ਕੁਝ ਬੋਲਦੀ। ਉਹ ਬੇਹੋਸ਼ ਹੋ ਗਿਆ ਸੀ। ਜੇ ਕੋਈ ਉਸ ਨੂੰ ਇਸ ਤਰ੍ਹਾਂ ਮੇਰੇ ਕਮਰੇ ਵਿੱਚ ਦੇਖ ਲੈਂਦਾ ਤਾਂ ਮੇਰੀ ਇੱਜ਼ਤ ਦਾ ਜਨਾਜ਼ਾ ਨਿਕਲ ਜਾਣਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕਮਰੇ ਵਿੱਚੋਂ ਬਾਹਰ ਕਿਸ ਤਰ੍ਹਾਂ ਕਰਾਂ। ਜਿਵੇਂ ਤਿਵੇਂ ਘੜੀਸ ਕੇ ਕਮਰੇ ਵਿੱਚੋਂ ਬਾਹਰ ਕੀਤਾ ਤੇ ਫਿਰ ਉਸ ਦੇ ਕਮਰੇ ਵਿੱਚ ਫਰਸ਼ 'ਤੇ ਪਾਈ। ਉਹ ਕਾਫੀ ਸਮਾਂ ਉਸੇ ਤਰ੍ਹਾਂ ਪਿਆ ਰਿਹਾ।
ਫਿਰ ਮੈਂ ਉਸਦੇ ਮੂੰਹ ਤੇ ਪਾਣੀ ਪਾਇਆ ਤਾਂ ਉਹ ਹੜਬੜਾ ਕੇ ਉੱਠਿਆ, ਪਰ ਹਜੇ ਵੀ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਸੀ। ਮੈਂ ਉਸ ਨੂੰ ਬੈੱਡ ਤੇ ਪੈਣ ਲਈ ਕਿਹਾ। ਉਹ ਚੁੱਪਚਾਪ ਬੈੱਡ ਤੇ ਪੈ ਗਿਆ। ਉਸ ਦੀ ਹਾਲਤ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਸੀ। ਮੈਂ ਵੀ ਕਮਰੇ ਵਿੱਚ ਆ ਗਈ। ਮੇਰਾ ਬੇਟਾ ਸੋ ਚੁੱਕਿਆ ਸੀ। ਰਾਤ ਦੇ 12 ਕੁ ਵਜੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਮੇਰਾ ਦਿਓਰ ਖੜਾ ਸੀ, ਪਰ ਹੁਣ ਉਹ ਬਿਲਕੁਲ ਅਲੱਗ ਹੁਲੀਏ ਵਿੱਚ ਨਜ਼ਰ ਆ ਰਿਹਾ ਸੀ। ਉਸ ਦੀ ਨਜ਼ਰ ਝੁਕੀ ਹੋਈ ਸੀ, ਜੋ ਇਸ ਗੱਲ ਦਾ ਸਬੂਤ ਸੀ ਕਿ ਉਹ ਆਪਣੇ ਕੀਤੇ ਤੇ ਸ਼ਰਮਿੰਦਾ ਸੀ। ਮੈਂ ਉਸ ਨੂੰ ਪੁੱਛਿਆ ਕਿ ਸ਼ਰਾਬ ਕਿਉਂ ਪੀਤੀ ਸੀ। ਉਹ ਕਹਿਣ ਲੱਗਾ ਕਿ ਮੈਂ ਜਾਣਬੁੱਝ ਕੇ ਨਹੀਂ ਪੀਤੀ, ਮੇਰੇ ਦੋਸਤਾਂ ਨੇ ਮੈਨੂੰ ਪਿਲਾ ਦਿੱਤੀ ਸੀ, ਇਹ ਕਹਿ ਕੇ ਇਹ ਸ਼ਰਬਤ ਹੈ। ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਇਸ ਵਿੱਚ ਕੁਝ ਮਿਲਾਇਆ ਹੈ। ਮੈਂ ਉਸ ਨੂੰ ਸਮਝਾਇਆ ਕਿ ਜਿਹੇ ਦੋਸਤਾਂ ਦੀ ਦੋਸਤੀ ਛੱਡ ਦੇਵੇ। ਮੇਰੀ ਗੱਲ ਸੁਣ ਕੇ ਜੋ ਬੋਲਿਆ ਉਸ ਨੇ ਮੈਨੂੰ ਹੈਰਾਨ ਕਰ ਦਿੱਤਾ। ਜਾਂਦੇ ਜਾਂਦੇ ਇਹ ਵੀ ਕਹਿ ਗਿਆ ਕਿ ਇੱਕ ਹਫ਼ਤਾ ਮੈਂ ਘਰ ਨਹੀਂ ਆਉਣਾ। ਇੱਕ ਵੱਡਾ ਪ੍ਰੋਜੈਕਟ ਮਿਲਿਆ ਹੈ, ਉਸ ਨੂੰ ਪੂਰਾ ਕਰਨਾ ਹੈ। ਮੈਂ ਉਸ ਨੂੰ ਕੰਮ ਬਾਰੇ ਸਵਾਲ ਕਰਨ ਹੀ ਵਾਲੀ ਸੀ, ਉਹ ਮੇਰੀ ਗੱਲ ਸੁਣੇ ਬਿਨਾਂ ਹੀ ਉੱਥੋਂ ਚਲਿਆ ਗਿਆ। 3 ਦਿਨ ਹੋ ਗਏ ਸਨ, ਪਰ ਉਸ ਦਾ ਕੁਝ ਅਤਾ ਪਤਾ ਨਹੀਂ ਸੀ। ਮੈਂ ਪਰੇਸ਼ਾਨ ਹੋ ਗਈ ਸੀ। ਵਾਰ-ਵਾਰ ਉਸ ਦੀ ਗੱਲ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ ਕਿ ਜੋ ਕੰਮ ਮੈਂ ਕਰਦਾ ਉਸ ਨੂੰ ਸ਼ੁਰੂ ਕਰਨਾ ਤਾਂ ਸੌਖਾ, ਪਰ ਇਸ ਨੂੰ ਛੱਡਣਾ ਬਹੁਤ ਔਖਾ ਹੈ। 1 ਹਫ਼ਤੇ ਬਾਅਦ ਉਹ ਘਰ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਕਿੱਥੇ ਗਿਆ ਸੀ, ਤਾਂ ਉਹ ਕਹਿਣ ਲੱਗਾ ਕਿ ਉਹ ਦੁਬਈ ਤੋਂ ਆਇਆ ਹੈ। ਮੈਂ ਹੈਰਾਨ ਰਹਿ ਗਈ ਕਿ ਉਹ ਦੇਸ਼ ਤੋਂ ਬਾਹਰ ਗਿਆ ਹੋਇਆ ਸੀ। ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ। ਮੈਂ ਉਸ ਨੂੰ ਪੁੱਛਿਆ ਕਿ ਤੂੰ ਉੱਥੇ ਕਿਉਂ ਗਿਆ ਸੀ, ਤਾਂ ਜਵਾਬ ਦੇਣ ਦੀ ਬਜਾਏ ਉਸ ਨੇ ਮੇਰੇ ਮੋਹਰੇ ਇੱਕ ਚਮਕਦਾ ਹਾਰ ਕਰ ਦਿੱਤਾ, ਜਿਸ ਨੂੰ ਦੇਖ ਕੇ ਪਤਾ ਚੱਲ ਰਿਹਾ ਸੀ ਕਿ ਉਹ ਕਿੰਨਾ ਕੀਮਤੀ ਹੈ। ਮੇਰਾ ਦਿਓਰ ਕਹਿਣ ਲੱਗਾ ਕਿ ਇਹ ਉਸ ਨੂੰ ਦੁਬਈ ਦੇ ਸ਼ੇਖ ਨੇ ਗਿਫਟ ਦੇ ਤੌਰ ਤੇ ਦਿੱਤਾ ਹੈ। ਮੈਂ ਤੁਹਾਡੇ ਲਈ ਲੈ ਆਇਆ। ਉਸ ਨੂੰ ਵਜ੍ਹਾ ਪੁੱਛਣੀ ਚਾਹੀ ਤਾਂ ਉਹ ਕਹਿਣ ਲੱਗਾ ਕਿ ਤੁਸੀਂ ਅੰਬ ਖਾਓ, ਪੇੜ ਨਾ ਗਿਣੋ। ਮੈਂ ਉਸ ਨੂੰ ਕਿਹਾ ਕਿ ਪਹਿਲਾਂ ਦੱਸ ਕਿ ਉਹ ਸ਼ੇਖ ਨੇ ਤੈਨੂੰ ਇੰਨਾ ਮਹਿੰਗਾ ਗਿਫਟ ਕਿਉਂ ਦਿੱਤਾ, ਮੈਂ ਫਿਰ ਹੀ ਇਸ ਨੂੰ ਰੱਖਾਂਗੀ। ਪਰ ਮੇਰੀ ਗੱਲ ਸੁਣ ਕੇ ਉਹ ਹਾਰ ਲੈ ਕੇ ਉੱਥੋਂ ਚਲਿਆ ਗਿਆ। ਪਰ ਮੈਂ ਸੱਚ ਜਾਣਨਾ ਚਾਹੁੰਦੀ ਸੀ। ਸਮਾਂ ਬੀਤਦਾ ਗਿਆ। ਉਹ ਅਕਸਰ ਦੁਬਈ ਜਾਂਦਾ ਰਹਿੰਦਾ। ਮੈਂ ਪੁੱਛਦੀ ਤਾਂ ਕਹਿੰਦਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਤੁਹਾਡੀ ਹਰ ਜ਼ਰੂਰਤ ਘਰ ਬੈਠੀ ਪੂਰੀ ਹੋਵੇਗੀ। ਮੈਂ ਚੁੱਪ ਕਰ ਗਈ। ਇਸ ਵਾਰ ਜਦੋਂ ਉਸਨੇ ਗਰੀਬ ਕੁੜੀਆਂ ਦਾ ਵਿਆਹ ਕਰਵਾਇਆ ਤੇ ਉਹਨਾਂ ਨੂੰ ਘੁੰਮਣ ਲਈ ਭੇਜਿਆ ਗਿਆ ਤਾਂ ਮੈਂ ਵੀ ਲੁੱਕ ਕੇ ਉਹਨਾਂ ਵਿੱਚ ਰਲ ਗਈ। ਪਰ ਮੇਰੇ ਪੈਰਾਂ ਥੱਲਿਓਂ ਉਦੋਂ ਜ਼ਮੀਨ ਖਿਸਕ ਗਈ ਜਦੋਂ ਉਹਨਾਂ ਕੁੜੀਆਂ ਨੂੰ ਦੁਬਈ ਲਿਜਾਇਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਉਹਨਾਂ ਨਾਲ ਜਾਂਦੀ, ਮੇਰੇ ਦਿਓਰ ਨੇ ਮੈਨੂੰ ਦੇਖ ਲਿਆ ਸੀ। ਉਸਨੇ ਮੈਨੂੰ ਵਾਪਸ ਭੇਜ ਦਿੱਤਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਇਹ ਸਭ ਕੀ ਚੱਲ ਰਿਹਾ ਸੀ। ਮੇਰੇ ਦਿਓਰ ਨੇ ਮੈਨੂੰ ਇਕੱਲੇ ਹੀ ਘਰ ਭੇਜ ਦਿੱਤਾ, ਪਰ ਆਪ ਨਾ ਆਇਆ। ਮੇਰੀ ਵੀ ਸਬਰ ਦਾ ਬੰਨ ਟੁੱਟ ਚੁੱਕਿਆ ਸੀ। ਸੱਚ ਦੇ ਇੰਨਾ ਨੇੜੇ ਪਹੁੰਚ ਗਈ ਸੀ। ਦਿਨ ਰਾਤ ਇਹੀ ਸੋਚਦੀ ਰਹਿੰਦੀ। ਇੱਕ ਦਿਨ ਅਚਾਨਕ ਮੇਰੇ ਘਰ ਦਾ ਦਰਵਾਜ਼ਾ ਖੜਕਿਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੈਂ ਡਰ ਗਈ, ਕਿਉਂਕਿ ਮੇਰਾ ਦਿਓਰ ਖੂਨ ਨਾਲ ਲੱਥਪੱਥ ਹੋਇਆ ਖੜਾ ਸੀ। ਉਹ ਅੰਦਰ ਦਾਖਲ ਹੋਇਆ। ਮੈਂ ਡਾਕਟਰ ਨੂੰ ਬੁਲਾਇਆ, ਉਸ ਦੀ ਮਲਮ ਪੱਟੀ ਕਰਵਾਈ। ਸਵੇਰੇ ਉਹ ਉੱਠਿਆ ਤਾਂ ਉਸ ਨੂੰ ਪੁੱਛਿਆ ਕਿ ਕੀ ਹੋਇਆ। ਉਹ ਤਾਂ ਦੁਬਈ ਜਾਣ ਵਾਲਾ ਸੀ। ਉਹ ਮੁਸਕਰਾਇਆ ਤੇ ਬੋਲਿਆ, ਗਲਤ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ। ਮੈਂ ਗਲਤ ਰਸਤਾ ਚੁਣ ਲਿਆ ਸੀ, ਉਸ ਦੀ ਸਜ਼ਾ ਤਾਂ ਮਿਲਣੀ ਸੀ। ਮੈਂ ਰੋਂਦੇ ਹੋਏ ਪੁੱਛਿਆ ਕਿ ਕੀ ਗਲਤ ਕੰਮ। ਤਾਂ ਉਸਨੇ ਮੈਨੂੰ ਦੱਸਿਆ ਕਿ ਮੈਂ ਕੁੜੀਆਂ ਦਾ ਵਿਆਹ ਨਹੀਂ ਕਰਵਾਉਂਦਾ ਸੀ, ਸਗੋਂ ਮੈਂ ਦੁਬਈ ਗੈਂਗ ਲਈ ਕੰਮ ਕਰਦਾ ਸੀ। ਗਰੀਬ ਘਰ ਦੀਆਂ ਕੁੜੀਆਂ ਨੂੰ ਵਿਆਹ ਦੇ ਜਾਲ ਵਿੱਚ ਫਸਾ ਕੇ ਦੁਬਈ ਦੇ ਆਦਮੀਆਂ ਨੂੰ ਵੇਚ ਦਿੰਦਾ ਸੀ। ਉਹਨਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ, ਇਹ ਕਹਿ ਕੇ ਕਿ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਹੈ। ਕੁੜੀਆਂ ਨੂੰ ਵੀ ਇਹ ਸਭ ਸੱਚ ਹੀ ਲੱਗਦਾ ਸੀ, ਪਰ ਅਸਲੀਅਤ ਇਹ ਸੀ ਕਿ ਉਹਨਾਂ ਕੁੜੀਆਂ ਦੀ ਮੂੰਹ ਮੰਗੀ ਕੀਮਤ ਮਿਲਦੀ ਸੀ। ਮੇਰੇ ਦੋਸਤ ਵੀ ਇਹੀ ਕੰਮ ਕਰਦੇ ਹਨ, ਪਰ ਹੁਣ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਮੈਂ ਇਹ ਕੰਮ ਛੱਡਣਾ ਚਾਹੁੰਦਾ ਸੀ, ਇਸ ਲਈ ਮੈਂ ਇਹ ਕੰਮ ਕਰਨ ਤੋਂ ਮਨਾ ਕਰ ਦਿੱਤਾ। ਇਸ ਲਈ ਉਹਨਾਂ ਨੇ ਮੇਰੇ ਤੇ ਹਮਲਾ ਕਰਵਾ ਦਿੱਤਾ। ਖੈਰ, ਮੈਂ ਬਚ ਗਿਆ। ਆਪਣੇ ਦਿਓਰ ਦੀ ਗੱਲ ਸੁਣ ਕੇ ਮੈਨੂੰ ਉਸ ਤੋਂ ਨਫ਼ਰਤ ਹੋਣ ਲੱਗੀ ਸੀ, ਕਿਉਂਕਿ ਉਸਨੇ ਅਣਗਿਣਤ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਉਸ ਨੂੰ ਮਾਫ਼ ਕਰਨਾ ਨਾਮੁਮਕਿਨ ਸੀ। ਮੈਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ। ਮੈਂ ਉਹ ਘਰ ਛੱਡ ਦਿੱਤਾ, ਕਿਉਂਕਿ ਉਹ ਪਾਪ ਦੀ ਕਮਾਈ ਨਾਲ ਖਰੀਦਿਆ ਗਿਆ ਸੀ। ਬੁਰੇ ਕੰਮ ਦਾ ਅੰਜਾਮ ਵੀ ਹਮੇਸ਼ਾ ਬੁਰਾ ਹੀ ਹੁੰਦਾ ਹੈ।